any form should be banned. Hmm. Not know about it. Yeah. Speak. Within 10 minutes, try to finish. Some people believe that it is necessary to maintain law and order in society. तो हिंदी The cooperative principle है उन्हें कहने भी बैन करना चाहिए. And do you know what is cooperative punishment? फांसी की सजा. तो ये फांसी सजा है वो बैन करना चाहिए. पर it is some लोग हैं वो believe करते हैं necessary चाहिए law दे विच law को maintain करना चाहिए. some they say it should be, some they say it shouldn't be. Are indispensable in providing unhealthy environment in the society. Laws are reformative in their objective. Police perform the duty of enforcement and enforcing law and order. Fear of punishment has a great impact in preventing many people from committing crimes. The cops face the tough task of tackling the criminals and the making society a good place to live in order. In order to do all this, they sometimes get rash and resort to corporal punishment. आज से जो लोग हैं वो इंडेक्स में बदल नहीं सकते. फास्ट laws are reformed. ये laws are उन्हें बनाए जाते हैं. You are taking too much time. और we should do together. ਜਿਹੜੀ ਪੁਲਿਸ ਕੰਮ ਕਰਦੀ ਹੈ ਉਹ law ਦੇ order ਨਾਲ ਵਾਲੀ ਕੰਮ ਕਰਦੀ ਹੈ ਤੇ ਲੋਕ ਜਿਹੜਾ ਆਪਣਾ punishment ਦੇ fear ਨਾਲ ਹੀ ਕੋਈ crime ਨਹੀਂ ਕਰਦੇ. ਜਿਹੜੇ cops ਮਤਲਬ ਪੁਲਿਸ ਜਿਹੜੇ cops ਹੈ ਉਹਨਾਂ ਨੂੰ ਬਾਲੀ ਫੇਮ ਦੀ ਬਾਲੀ ਔਖੀ ਟਫ ਸਿਚੁਏਸ਼ਨ ਨੂੰ ਟੈਕਲ ਕਰਨਾ ਪੈਂਦਾ ਜਿਹੜੀ ਆਪਣੀ ਸੋਸਾਇਟੀ ਨੂੰ ਵਧੀਆ ਬਣਾਉਣ ਵਾਸਤੇ. ਇਨ ਆਰਡਰ ਜਿਹੜੇ in order to maintain the law and order. ਹਾਂ ਜਿਹੜੇ ਸਾਰੇ ਨੂੰ ਮੇਨਟੇਨ ਕਰਨ ਦੇ ਚੱਕਰ 'ਚ ਕੋਪਸ ਨੂੰ ਬੜੀ in order to do all this ਇਹ ਸਾਰਾ ਕੁਝ ਕਰਨ ਵਾਸਤੇ ਦੇ ਸਮਟਾਈਮਸ ਕਈ ਵਾਰੀ ਇਹਨਾਂ ਨੂੰ ਜਿਹੜਾ ਹੈ ਗੈਟ ਰੈਸ਼ ਬਹੁਤ ਜ਼ਿਆਦਾ ਉਹ ਹਾਰਸ਼ ਹੋ ਜਾਂਦੇ ਹੈ ਐਂਡ ਰਿਸੋਰਟ ਟੂ ਕਾਰਪੋਰੇਟ ਪਨਿਸ਼ਮੈਂਟ ਤੇ ਉਹਨਾਂ ਨੂੰ ਫਿਰ ਜਾਣਾ ਡਾਇਵਰਟ ਕਰਨਾ ਪੈਂਦਾ ਆਪਣੇ ਆਪ ਨੂੰ ਕਿਸੇ ਨੂੰ ਮਾਰਨ ਵਾਸਤੇ ਫਿਜ਼ੀਕਲ ਕਿਸੇ ਨੂੰ ਪਨਿਸ਼ਮੈਂਟ ਦੇਣ ਵਾਸਤੇ. ਹਾਂ ਪੁਲਿਸ ਨੂੰ ਇੱਥੇ ਤਾਂ ਦੇ ਵਿੱਚ ਸਾਰੇ ਆ ਗਏ ਨਾ ਲੋ ਐਂਡ ਆਰਡਰ ਮੇਨਟੇਨ ਕਰਨ ਵਾਲੇ ਦੈਟ ਜਿਵੇਂ ਕਾਨੂੰਨ ਨੂੰ ਵੀ ਕਈ ਵਾਰੀ ਕਰਨਾ ਪੈਂਦਾ ਹੈ. ਮੀਨਸ ਜੇਕਰ ਕਿਸੇ ਇੱਕ ਕੋਈ ਇਹੋ ਜਿਹਾ ਕੰਮ ਹੈ ਜਿਹੜੇ ਸਾਰੇ ਹੀ ਕਰ ਰਹੇ ਤੇ ਗਵਰਨਮੈਂਟ ਚਾਹੁੰਦੀ ਉਹ ਨਾ ਕਰੇ ਤਾਂ ਗਵਰਨਮੈਂਟ ਨੂੰ ਕਿਸੇ ਇੱਕ ਨੂੰ ਉਹ ਪਨਿਸ਼ਮੈਂਟ ਦੇਣੀ ਪਏਗੀ ਤਾਂ ਕਿ ਸਾਰੇ ਰੁਕ ਜਾਣ. ਅਗਰ 100 ਚੋਂ ਇੱਕ ਨੂੰ ਪਨਿਸ਼ਮੈਂਟ ਦੇ ਦੇ 99 ਉਹ ਕੰਮ ਨਹੀਂ ਕਰਨਗੇ ਐਟਲੀਸਟ ਅਗਲੇ 5-10 ਸਾਲ ਤੱਕ ਤਾਂ ਨਹੀਂ ਕਰਨਗੇ. ਤਾਂ ਗਵਰਨਮੈਂਟ ਵੀ ਡਰ ਨਾਲ ਹੀ ਚਲਾਉਂਦੀ ਹੈ ਸਾਰਾ ਕੁਝ. ਦੇ ਹੈਵ ਮੈਂਸ਼ਨ ਰਿਲੇਟਡ ਟੂ ਦੈਟ ਓਨਲੀ. ਅਨਦਰ I strongly support the idea that corporal punishment in any form and at any place should be banned. ਹੁਣ ਉਹ ਦੂਸਰਾ ਵਿਚਾਰ ਦੇ ਰਹੇ हैं. पहले विचार तो हमने किया था ਬੰਦ ਕਰ ਦੋ ਬਸ. हाँ तो कहता भी ਇਹਨੂੰ ਨਾ ਰੱਖੋ ਤੁਸੀਂ इन लोगों ਨੂੰ ਕਿਉਂ ਮਾਰ ਰਹੇ ਹੋ. ठीक है. corporal punishment is a physical punishment by a teacher to a student. ਉਹ ਕਹਿੰਦੇ ਇਹਨੂੰ ਵੀ ਆਪਾਂ ਇੱਕ physical punishment ਹੀ ਮੰਨਾਂਗੇ ਜਦੋਂ ਇੱਕ ਟੀਚਰ ਕਲਾਸ ਦੇ ਵਿੱਚ ਇੱਕ ਸਟੂਡੈਂਟ ਨੂੰ ਕੁਝ ਮਤਲਬ ਉਠਕ ਬੈਠਕ ਕਰ ਜਾਂ ਇਹ ਕਰ ਉਹ ਕਰ ਉਹਦੇ ਲਈ ਕਹਿੰਦਾ ਹੈਗਾ. ਤਾਂ ਉਸ ਤੋਂ ਬਾਅਦ ਉਹ ਕਹਿੰਦੇ ਪੁਲਿਸ ਟੂ ਦੀ ਪੀਪਲ ਅਗਰ ਪੁਲਿਸ ਲੋਕਾਂ ਨਾਲ ਕਰ ਰਹੀ ਹੈ ਜੇ ਹਸਬੈਂਡ ਵਾਈਫ ਨਾਲ ਕਰ ਰਿਹਾ ਹੈ ਮਾਸਟਰ ਟੂ ਦੀ ਸਰਵੈਂਟ ਨੂੰ ਕਰੇ ਕਿਸੇ ਨੂੰ ਨੌਕਰ ਰੱਖਿਆ ਉਹ ਨੌਕਰ ਨੂੰ ਵੀ ਤਾਂ ਥੱਪੜ ਮਾਰ ਦਿੰਦਾ. ਤੇ ਉਹ ਕਹਿੰਦੇ ਵੀ ਕੋਆਪਰੇਟ ਪਨਿਸ਼ਮੈਂਟ ਜਿਹੜੀ ਹੈ ਉਹ ਕਿਸ ਹੱਦ ਤੱਕ ਜਾ ਸਕਦੀ ਹੈ. ਜੇ ਗਵਰਨਮੈਂਟ ਨੇ ਇਹ ਪਾਸ ਕਰਤਾ ਵੀ ਇਹ ਜੇ ਤੁਸੀਂ ਆਪਣੇ ਨੌਕਰ ਦਾ ਹੱਥ ਵੀ ਕੱਟਤਾ ਕੋਈ ਗੱਲ ਨਹੀਂ. ਜੇ ਟੀਚਰ ਨੇ ਬੱਚੇ ਨੂੰ ਮਾਰਨਾ ਡੰਡਾ ਮਾਰਨਾ ਕੁਝ ਮਾਰਨਾ ਬੱਚਾ ਦਾ ਦਿਮਾਗ ਹੀ ਹਿਲ ਗਿਆ ਫਿਰ ਤੇ ਉਹ ਕਹਿੰਦੇ ਵੀ ਤੁਸੀਂ ਫਿਜ਼ੀਕਲੀ ਟੱਚ ਨਹੀਂ ਕਰ ਸਕਦੇ ਕਿਸੇ ਨੂੰ. ਇਹ ਕਾਨੂੰਨ ਹੈ. ਪਰ ਕਈ ਦੇਸ਼ ਕਹਿੰਦੇ ਜਦ ਤੱਕ ਉਹਦੇ ਕੰਨ ਨਾ ਕੱਟੋ ਨਾ ਉਹਨਾਂ ਨੂੰ ਸਮਝ ਨਹੀਂ ਆਉਂਦੀ. ਦੈਟਸ ਰੈਸ਼ਨਲ ਇਟਸ ਡਿਫਰੈਂਟ. ਉਸ ਤੋਂ ਬਾਅਦ ਦੀ ਪੁਲਿਸ ਅਰੈਸਟ ਦੀ ਪੀਪਲ ਔਨ ਦੀ ਸਸਪੀਸ਼ਨ. ਪੁਲਿਸ ਨੂੰ ਕਈ ਵਾਰੀ ਅਰੈਸਟ ਵੀ ਕਰਨਾ ਪੈਂਦਾ ਲੋਕਾਂ ਨੂੰ ਉਹ ਸ਼ੱਕ ਦੇ ਆਧਾਰ ਤੇ
that the person has committed some crime। ਹੋ ਸਕਦਾ ਵੀ ਇਹ ਬੰਦਾ ਭੱਜ ਰਿਹਾ ਇੱਥੋਂ ਦੀ ਬੈਗ ਚੱਕ ਕੇ, ਵੀ ਹੋ ਸਕਦਾ ਇਹਨੇ ਕਿਸੇ ਦਾ ਚੱਕਿਆ ਹੋਵੇ ਬੈਗ, ਤਾਂ ਪੁਲਿਸ ਨੂੰ ਕਰਨਾ ਵੀ ਪੈਂਦਾ ਸਾਰਾ ਕੁਝ। ਦੀ ਸਸਪੈਕਟ ਆਲਦੋ ਇਨੋਸੈਂਟ, ਕਈ ਵਾਰ ਹੁੰਦਾ ਸਸਪੈਕਟ ਜਿਹੜਾ ਹੁੰਦਾ ਹੈ, ਜਿਹੜਾ ਉਹਨਾਂ ਦਾ ਨਿਸ਼ਾਨਿਤ ਹੁੰਦਾ ਬੰਦਾ, ਉਹ ਮੁਜਰਮ ਨਾ ਵੀ ਹੋਵੇ, ਇਹ ਵੀ ਹੋ ਸਕਦਾ ਹੈ, ਪਰ ਪੁਲਿਸ ਨੇ ਬਾਈ ਮਿਸਟੇਕ ਅਗਰ ਉਹਨੂੰ ਹਿੱਟ ਕਰਤਾ, ਸ਼ੂਟ ਕਰਤਾ, ਫਿਰ ਐਂਟੀ ਜ਼ਿੰਮੇਵਾਰ ਕੌਣ ਇਸ ਚੀਜ਼? ਟੂ ਟੋਰਚਰ, ਤਾਂ ਕਈ ਵਾਰ ਪੁਲਿਸ 3rd ਡਿਗਰੀ ਦਿੰਦੀ ਹੈ, ਟੋਰਚਰ ਕਰਦੀ ਹੈ ਟੂ दैट पर्टिकुलर पर्सन ही और शी, तो उस तो बाद कई बार ही और शी बिकम हार्टेड, तो कई बार टीट हो जाते लोग, वो कहते भी पुलिस की कर लूगी। हाँ, फिर कई बार सर्वेंट अपने मालका ਨੂੰ ਮਾਰ ਦਿੰਦਾ ਰਾਤ ਨੂੰ। ਮਤਲਬ ਜਦੋਂ ਕੋਈ ਛੋਟਾ ਕਿਸੇ ਨੂੰ ਕਰੀ ਜਾ ਰਿਹਾ ਤਾਂ ਫਿਰ ਉਹ ਕੋਈ ਵੱਡਾ ਸਟੈਪ ਵੀ ਚੱਕ ਲੈਂਦਾ। ਇਸ ਲਈ ਇਹ ਕਹਿੰਦੇ ਆ ਵੀ ਜੇ ਕਿਸੇ ਨੇ ਛੋਟਾ ਸਟੈਪ ਚੱਕਿਆ ਤਾਂ ਪਹਿਲਾਂ ਜਿਹੜਾ ਚੱਕ ਰਿਹਾ ਉਹਨੂੰ ਹੀ ਕਹਿ ਦੋ ਭਈ ਇਹ ਤੂੰ ਸੋਚ ਕੇ ਆਪਣੇ ਨੌਕਰ ਦੇ ਉੱਪਰ ਹੱਥ ਚੱਕ, ਕਿਉਂਕਿ ਉਸ ਤੋਂ ਬਾਅਦ ਤੈਨੂੰ ਇਹ ਪਨਿਸ਼ਮੈਂਟ ਮਿਲੇਗੀ। पर जे वो किसी को कुछ नहीं कह रही तो जो अपने सर्वेंट नाल या जो भी उस तो वीक या फिजिकल उसमें करे जा रहे, फिर किसी दिन और उल्टा उस पर वार करेगा, फिर उस तो बाद फिर पुलिस कहेगी कि हुन इसमें पनिशमेंट दिए कि उसमें दी, देन हु इज गिल्टी देयर? जिसने 10 बारी बर्दाश्त करके अटैक किया वो गिल्टी है, या जिसने तो फिर उसमें कोऑपरेट पनिशमेंट देनी चाहिए, so that shouldn't think अपना next नौकर रखने तो पहला वो ना करे। Because if you pay someone, even in a family, husband and wife, even in a school, even in an office, so boss can harass, see whosoever is in the power, जो power में है, he will play power game, उसने अपनी power game खेलनी है। If they don't, then police wouldn't say anything to them। तो अब stubborn, जिद्दी हो जाते हैं, ढीठ हो जाते हैं। In this way, corporate punishment becomes a self-defeating, it beats its own motive। तो फिर कहते हैं भी कई बार क्या होता है भी जिस चीज़ लिए इन्हें बनाया गया है ये उनके ऊपर खड़ती नहीं है, it beats, ये कट देती है its own motive, जिस मोटिव लिए इन्हें बनाया गया हैगा वो तो फिर पूरा नहीं हो पाता, क्योंकि जो उसने उसके ऑपोजिट अटैक करता उन पुलिस दोनों जो उसने शूट करेगी that। So one is saying that it should be, second paragraph they are saying it shouldn't be, and third paragraph speak। It is often seen that a victim of corporal punishment becomes abnormal or deformed physically and mentally। कई बार क्या होता है किसी ਨੂੰ ਡੋਮੈਸਟਿਕ ਵਾਇਲੈਂਸ ਦੇ ਥਰੂ ਇੰਨਾ ਜ਼ਿਆਦਾ ਫਿਜ਼ੀਕਲ ਤੌਰ ਤੇ ਹਿਰਾਸ ਕੀਤਾ ਜਾਂਦਾ ਹੈ ਕਿ ਉਹ ਪਰਸਨ ਜੋ ਹੈ ਉਸ ਤੋਂ ਬਾਅਦ ਉਹ ਮੈਂਟਲੀ ਜਾਂ ਫਿਜ਼ੀਕਲ ਉਸ ਚੀਜ਼ ਤੋਂ ਡਰ ਜਾਂਦਾ ਹੈ। ਲੇਕਿਨ ਇੱਕ ਛੋਟੇ ਬੱਚੇ ਨੂੰ ਅਗਰ ਕਿੱਥੇ ਰੱਖਿਆ ਹੋਇਆ ਹੈ ਤੇ ਉਸ ਨੂੰ ਸ਼ੁਰੂ ਤੋਂ ਹੀ ਇਸ ਤਰ੍ਹਾਂ ਕੀਤਾ ਹੋਏਗਾ, like some places वो घर में चिल्ड्रन को रख लेते हैं काम करने के लिए that। so in some cases the victims are beaten, उनको बहुत हिरास मारा जाता है, ठीक है, and by the punishment leaves scares। तो उस तो बात की है कि punishment ਦੇ अगर डर नहीं होएगा तो वो करनगे इस तरह ਜਿਹੜੇ ਉਹਨਾਂ ਦੇ ਓਨਰ ਹੈ ਪਾਵਰਫੁਲ ਹੈ। so imprints on their mind, क्योंकि जेकर ਉਹਨਾਂ ਨੂੰ सजा मिलेगी तो ਉਹਨਾਂ ਦੇ दिमाग ਵਿੱਚ रहेगा कि मैं नहीं करना नहीं तो कानून मैंने पकड़ेगा। मीन्स लाइक अगर उसके बाप का भी उसका बाप बैठा है, समथिंग लाइक दैट, अगर बॉस का भी बॉस बैठा है तो बॉस अपने से नीचे वाले को सोच समझ के टोकेगा। सो मीन्स दैट पावर शुड बी गिवन बट एवरी पावर शुड बी अंडर कंट्रोल। अब आगे आ गया दी स्केयर्स ऑन द बॉडी मे फेड, भी शरीर ऊपर जो निशान पैंदे है इंसान के वो तो टाइम के नाल चले जाएंगे, बट दी जो दिमाग ते होंदे वो हावी हो गया भी मैं इत्थे जॉब की थी, इत्थे सर ने मेरे नाल एवें कीता है, उन्होंने पता दूसरी जगह जॉब करने जाएगा, अगर दूसरी जगह चला भी गया पर दूसरी जगह भी सर रोजा मिल गया हराश करने वाला उसਨੂੰ टॉर्चर करने वाला, तो फिर वो बंदे दिमाग बैठ जाएगा कि मैं नौकरी नहीं करता। सो दिस इज टेकिंग द सोसाइटी बैक। सो why to let people do those things? Those who are going to overrule, they are less in quantity compared to those who are being dominant, punishable। क्योंकि 10 कर रहे हैं ना 200 के ऊपर तो 10 में पकड़ना चाहिए, so that they are mentioned। अगर नहीं किया तो वो 200 फिर हो जाएंगी वो 10 से बदला लेने के लिए। बट एवर वी सी इन मूवी एक पर्सन, हाँ तो फिर वो तब फिर मोब रिवेंज लेगी, फिर भीड़ किसी एक पे अटैक करेगी, देन दे भीड़ एक को मारती है, दंगे होते हैं, तब थिंग्स गो बिकॉज देयर समवेयर एनी पर्सन्स नीड वाज प्रेस्ड, किसी बंदे की नीड को दबाया गया बाय एनी वे, दैट्स व्हाई मॉब स्टूड।
फिर भीड़ खड़ी हुई, अगर आप किसी भी एक कम्युनिटी के राइट को दबाते हो तो फिर वो चीज़ें शुरू होती हैं. सो इट इज़ंट अबाउट अ सिंगल पर्सन्स. तो अब आगे, दिस टाइप ऑफ पनिशमेंट फास्ट इज नो लॉन्गर जस्टिफाइड इन एनी पार्ट ऑफ द ग्लोबल. कह रहे कि पनिशमेंट की अगर बात करें, कैपिटल मतलब फांसी दे दो, उसके हाथ पैर काट दो, उसको ये कर दो करो. कह रहे कि अब वर्ल्ड में ऐसा है ही नहीं कोई देश जो ऐसी पनिशमेंट दे रहा है इस पैराग्राफ के हिसाब से. रियलिटी में हम अभी बात नहीं कर रहे. आगे, इट इज अ रिप्लिकेट ऑफ बैरसमेंट्स और सीवरेज कल्चर. तो ये जो चीजें अभी भी पाई जाती है ना, उन कल्चर में होती है जहाँ पे ना गुलामी प्रथा होती है, स्लेवरी होती है. सो इट मीन्स, पढ़ो पढ़ो, इट मीन्स बिलीविंग इन दी पॉलिसी ऑफ टिट फॉर टैट. जिन देशों में अभी भी ये चल रहा है कि टिट फॉर टैट चलना है, सो टूथ फॉर द टूथ एंड नेल फॉर द नेल. जो कहते हैं कि इन एनी सर्कमस्टांसिस आपने ये किया, हाँ आपने अगर ये किया किसी भी सर्कमस्टांसिस में, आप 10 बार माफी मांग लो, कोई बात नहीं, पनिशमेंट तो रहेगी रहेगी. आगे, सो इन द प्रेजेंट डेमोक्रेटिक सेटअप सच पॉलिसीज, ये ਜਿਹੜੇ ਨਿਯਮ ਕਾਨੂੰਨ ਬਣਾਏ ਹੈ, ਅਗਰ ਅੱਜ ਦੀ ਟਾਈਮ ਕਰੇ ਆਪਾਂ, ਹੈਵ ਨੋ ਪਲੇਸ. ਰਿਟਨ ਸੰਵਿਧਾਨ ਇਸ ਤਾਂ ਇਹਨਾਂ ਨੂੰ ਨਹੀਂ ਲਿੱਤਾ ਜਾਂਦਾ, ਇਹਨਾਂ ਦੀ ਕੋਈ ਵੈਲਿਊ ਨਹੀਂ ਹੈ. ਲੋ ਏਮਸ ਐਟ ਰਿਫਾਰਮਿੰਗ, ਜਿਹੜਾ ਕਾਨੂੰਨ ਬਣਾਇਆ ਜਾਂਦਾ ਹੈ ਉਹ ਸੁਧਾਰ ਵਾਸਤੇ ਬਣਾਇਆ ਜਾਂਦਾ ਹੈ. ਦੀ ਬ੍ਰੇਕਰਸ ਆਫ ਲੋ, ਉਹਨਾਂ ਵਾਸਤੇ ਜਿਹੜੇ ਕਾਨੂੰਨ ਤੋੜਦੇ ਉਹਨਾਂ 'ਤੇ ਬਣਾਇਆ ਜਾਂਦਾ ਹੈ. ਨੋਟ ਐਟ ਟਰਨਿੰਗ ਸਮੋਲ offenders into hardened criminals, ਉਹਨਾਂ ਵਾਸਤੇ ਨਹੀਂ ਬਣਾਇਆ ਜਾਂਦਾ ਕਿ ਜਿਹੜੇ ਥੋੜੇ ਥੋੜੇ ਅਤਿਆਚਾਰ ਹੋਣ ਤੋਂ ਬਾਅਦ ਜਿਨ੍ਹਾਂ ਨੇ ਹਮਲਾ ਕਰਤਾ ਬਹੁਤ ਤੇਜ਼, ਉਹ ਚੀਜ਼. ਹੁਣ ਲਾਸਟ, expectations are always there, exceptions are always there. Fast There may be some exceptions of some hardcore criminals whose presence in the same is a great threat to the survival of the society. ਜਿਹੜੇ ਐਕਸੈਪਸ਼ਨਸ ਹੈ, ਬਦਲਾਵ ਹੈ, ਇਹ ਪਾਏ ਜਾਂਦੇ ਆ ਕਿਉਂਕਿ ਹੋ ਸਕਦਾ ਕਿਸੇ ਇੱਕ ਪਰਸਨ ਜਿਹੜਾ ਹੈ ਉਸ ਦਾ ਦਬਦਬਾ ਇੰਨਾ ਜ਼ਿਆਦਾ ਬਣ ਚੁੱਕਿਆ ਸਮਾਜ ਦੇ ਉੱਪਰ ਕਿ ਹੁਣ ਉਹਦਾ ਹੋਣਾ ਸਮਾਜ ਲਈ ਡਰ ਹੈ, ਜਿਵੇਂ ਸਾਈਕੋ ਕਿਲਰ ਕਹਿ ਦਿੰਦੇ ਆ ਉਹ. ਸੋ in order to teach them a lesson, corporal punishment may be required. But such cases are the racist or rape. ਇਹ ਬਹੁਤ ਮਤਲਬ 10 ਸਾਲਾਂ 'ਚ ਕਦੇ ਇੱਕੋ ਵਾਰੀ ਕਿਸੇ ਨੂੰ ਤੁਸੀਂ ਫਾਂਸੀ ਸਜ਼ਾ ਦੇ ਦਿਓ ਜਾਂ ਉਹਦੇ ਹੱਥ ਕੰਨ ਕੱਟ ਦਿਓ ਜਾਂ ਕੁਛ ਇਹ ਕਰ ਦਿਓ. What do you think about corporate punishment, that physical punishment should be given or not? Yes, then why? No, then why? I have both answers, yes or no. Yes, then why? If no, then why? Because yes, for whose are very exceptional cases, like or very rare to stop. This types of punishment for them, but no for them who are only with giving third degree torture is enough for. Okay. So you are saying that yes, but to some exceptionals. So what if one psycho killer, we say one mentally disturbed person, or when a person is in a revenge, so killing someone or some 2, 4, 10 people, then we should kill that person. But what if some person, they are doing some frauds, they are like in food they are adding some wrong things, cheap quality food they are selling, Yes. cheap quality eatable products, even in a medicine when they are adding some things. Right. After consuming that medicine, person they are dying. After having that injection, person are dying. So that scam is in a that way where in lakhs people they are being suffer. तो वहाँ पे लाखों people suffer कर रहे हैं, but that person is not being punished. This are also उस बंदे को तो कुछ नहीं कहा जा रहा. फिर why? If you kill them day by day, वो बंदा 80 साल तक जिएगा but रोज मरेगा, then there isn't any punishment for that person. If one kills anyone directly, then that is the punishment. Is it justified? है ना, एक ने डायरेक्ट मारा, आप इसको फांसी दे रहे हो, एक इनडायरेक्टली लाखों लोगों को पागल बना रहा है बाय सेलिंग रॉन्ग प्रोडक्ट. अब वो कुछ अभी कहते हैं दूध में ये था, मिलावट थी. सो इन प्रोडक्ट चीप है, सम दे आर डूइंग फ्रॉड, एनी प्रॉपर्टी फ्रॉड एनी, तो उनके लिए क्या है फिर? एटलीस्ट दे आर नॉट किलिंग द पर्सन physically, but they are killing that person emotionally, financially, mentally they are torturing. So then there isn't any punishment for those people.
then thousands are at that side. Then one is the culprit. Then where is the justice? Where is the law? Then why can't we see that physically harassment is wrong but not the mentally, not the financially? Financially harassment होती है जब किसी का डिच कर जाता है कोई प्रॉपर्टी सेल परचेज करके, या फिर कोई